ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਲ ਅਬਾਊਟ ਲਰਨਿੰਗ ਦੇ ਵਿੱਚ। ਤਾਂ ਪਿਆਰੇ ਵਿਦਿਆਰਥੀਓ, ਅਸੀਂ 12ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਕਹਾਣੀ ਪੜ੍ਹ ਰਹੇ ਸੀ ਆਪਣਾ ਦੇਸ਼, ਜਿਸ ਦਾ ਪਹਿਲਾ ਭਾਗ ਅਸੀਂ ਕੱਲ੍ਹ ਵਾਲੀ ਵੀਡੀਓ ਵਿੱਚ ਕਰ ਚੁੱਕੇ ਹਾਂ। ਹੁਣ ਤੱਕ ਅਸੀਂ ਕੀ ਦੇਖਿਆ ਕਿ ਨਰਿੰਜਨ ਸਿੰਘ ਆਪਣੇ ਦੋਹਾਂ ਬੇਟਿਆਂ ਨੂੰ, ਜਿਨ੍ਹਾਂ ਦੇ ਨਾਂ ਹਰਿੰਦਰ ਅਤੇ ਗੁਰਿੰਦਰ ਹਨ, ਉਹਨਾਂ ਨੂੰ ਲੈ ਕੇ ਭਾਰਤ ਵਿੱਚ ਆਇਆ ਹੈ ਅਤੇ ਹੁਣ ਤੱਕ ਉਹ ਦਰਬਾਰ ਸਾਹਿਬ ਅਤੇ ਤਾਜ ਮਹਿਲ ਦੇਖ ਚੁੱਕੇ ਹਨ। ਅੱਗੇ ਉਹ ਭਾਰਤ ਵਿੱਚ ਕੀ ਕੀ ਦੇਖਦੇ ਨੇ, ਆਓ ਆਪਾਂ ਕਹਾਣੀ ਪੜ੍ਹ ਕੇ ਦੇਖਦੇ ਹਾਂ। ਉਹਨਾਂ ਨੇ ਥੋੜਾ ਹੱਸ ਕੇ ਕਿਹਾ, ਬਾਕੀ ਵੀ ਮੁਸਕਰਾ ਪਏ। ਇਤਿਹਾਸ ਦੱਸ ਦੇਣਾ ਸੀ, ਫਾਲੋ ਹੀ ਤਾਂ ਇਹ ਕਰਦੇ ਨਹੀਂ, ਐਨੇ ਜੋਗੇ ਕਿੱਥੇ ਹਨ। ਅਸਲ ਵਿੱਚ ਮੈਂ ਇਸ ਗੱਲੋਂ ਬਹੁਤ ਹੀ ਪਰੇਸ਼ਾਨ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਆਪਣੀ ਮਾਤਰ ਭੂਮੀ ਨਾਲ ਜੁੜਨ, ਆਪਣੇ ਆਪ ਦੀ ਜੜ ਨੂੰ ਜਾਣਨ। ਪਰ ਜਦੋਂ ਅਸੀਂ ਆਏ ਸਾਂ ਸਵੇਰ ਵੇਲੇ, ਦਿੱਲੀ ਏਅਰਪੋਰਟ ਉੱਤੇ ਪੁੱਜੇ ਸਾਂ, ਜਹਾਜ਼ ਲੈਂਡ ਕਰਨ ਲੱਗਾ, ਮੇਰੇ ਮੂੰਹੋਂ ਆਪਣੇ ਆਪ ਹੀ ਆ ਗਈ ਮੇਰੀ ਮਾਤਰ ਭੂਮੀ ਨਮਸਕਾਰ ਦੇ ਲਫ਼ਜ਼ ਨਿਕਲੇ। ਪਰੰਤੂ ਇਹ ਦੋਵੇਂ ਚੁੱਪ ਸਨ। ਜਹਾਜ਼ ਵਿੱਚੋਂ ਲੱਥੇ ਤਾਂ ਮੈਂ ਧਰਤੀ ਨੂੰ ਹੱਥ ਲਾ ਕੇ ਮੱਥੇ ਨਾਲ ਛੁਹਾਇਆ ਤੇ ਨਮਸਕਾਰ ਕੀਤੀ, ਪਰ ਇਹ ਚੁੱਪ ਸਨ। ਫੀਲਿੰਗ ਹੀ ਕੋਈ ਨਹੀਂ ਸੀ, ਸਗੋਂ ਇਉਂ ਦੇਖਣ ਜਿਵੇਂ ਮੈਂ ਕੋਈ ਪੱਥਰ ਯੁੱਗ ਦਾ ਪਛੜਿਆ ਹੋਇਆ ਵਿਅਕਤੀ ਹੋਵਾਂ। ਅਸਲ ਵਿੱਚ ਨਰਿੰਜਨ ਸਿੰਘ ਜੀ, ਮੇਜ਼ਬਾਨ ਨੇ ਆਖਿਆ, ਇਹ ਇੱਥੇ ਇਸ ਦੇਸ਼ ਨਾਲ ਫੈਮਿਲੀਅਰ ਹੀ ਨਹੀਂ ਹਨ ਅਤੇ ਨਾ ਹੀ ਹੋ ਸਕਦੇ ਹਨ। ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ, ਇਹਨਾਂ ਦਾ ਦੇਸ਼ ਕੈਨੇਡਾ ਹੈ। ਇੱਥੇ ਤਾਂ ਕੇਵਲ ਇਹ ਜੰਮੇ ਹਨ। ਜੰਮ ਤਾਂ ਕੋਈ ਕਿਤੇ ਵੀ ਸਕਦਾ ਹੈ। ਬਚਪਨ ਕਿੱਥੇ ਬੀਤਿਆ, ਕਿਸ ਮਾਹੌਲ ਵਿੱਚ ਬੀਤਿਆ, ਉਸ ਮਾਹੌਲ ਨਾਲ ਹੀ ਕਿਸੇ ਦਾ ਮੋਹ ਪਿਆਰ ਹੋ ਸਕਦਾ ਹੈ। ਸੋ ਇਸ ਵਿੱਚ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ। ਤੁਸੀਂ ਪਰੇਸ਼ਾਨ ਨਾ ਹੋਵੋ। ਪਰੇਸ਼ਾਨ ਹੋਣਾ ਤੁਹਾਨੂੰ ਉੱਕਾ ਹੀ ਨਹੀਂ ਚਾਹੀਦਾ। ਇਹ ਮੁੰਡੇ ਭਾਰਤੀ ਨਹੀਂ ਹਨ ਅਤੇ ਨਾ ਹੀ ਇਹ ਪੰਜਾਬੀ ਹਨ। ਇਹ ਵਿੱਚ ਵਿਚਾਲਾ ਜਿਹੇ ਹਨ। ਇਹਨਾਂ ਦੇ ਪੁੱਤਰ ਧੀਆਂ ਹੋਰ ਵੀ ਓਪਰੇ ਹੋ ਜਾਣਗੇ। ਇਉਂ ਹੀ ਫੇਰ ਕਦੇ ਜਾ ਕੇ ਨਸਲਾਂ ਬਦਲ ਜਾਂਦੀਆਂ ਹਨ। ਚੰਡੀਗੜ੍ਹ ਨੂੰ ਕਹਿੰਦੇ ਸਨ ਕਿ ਹਾਂ, ਇਹ ਕੁਝ ਠੀਕ ਹੈ, ਇੱਥੇ ਰਿਹਾ ਜਾ ਸਕਦਾ ਹੈ। ਉਹ ਯੂਰਪ ਦੇ ਨੇੜੇ ਹੈ ਨਾ। ਫਰਾਂਸੀਸੀ ਆਰਕੀਟੈਕਟ ਨੇ ਨਕਸ਼ਾ ਬਣਾਇਆ ਹੈ ਅਤੇ ਮਾਡਰਨ ਲੇਆਊਟ ਹੈ, ਆਪੇ ਹੀ ਪਸੰਦ ਹੋਵੇਗਾ। ਬਾਕੀ ਗੱਲਾਂ ਬਹੁਤੀਆਂ ਰਹਿਣ ਸਹਿਣ ਦੀਆਂ ਵੀ ਹੁੰਦੀਆਂ ਨੇ ਤੇ ਆਦਤ ਜਿਹੀ ਪੈ ਜਾਣ ਦੀ ਵੀ। ਚੰਡੀਗੜ੍ਹ ਵਿੱਚ ਰਹਿਣ ਵਾਲੇ ਨੂੰ ਪਿੰਡ ਜਾ ਕੇ ਰਹਿਣਾ ਪਵੇ ਤਾਂ ਉਹਨੂੰ ਔਖਾ ਹੋ ਜਾਂਦਾ ਹੈ। ਨਰਿੰਜਨ ਸਿੰਘ ਜੀ, ਤੁਸੀਂ ਪਰੇਸ਼ਾਨ ਨਾ ਹੋਵੋ। ਉਹਨਾਂ ਦਾ ਇਹ ਦੇਸ਼ ਨਹੀਂ। ਦੂਜੀ ਗੱਲ ਇਹ ਵੀ ਹੈ, ਦੁਨੀਆ ਸਾਰੀ ਹੀ ਆਪਣੀ ਹੈ, ਸਾਰੇ ਦੇਸ਼ ਆਪਣੇ ਹਨ। ਹਿੰਦੁਸਤਾਨ ਆਰੀਆਂ ਦਾ ਦੇਸ਼ ਨਹੀਂ ਸੀ ਹੁੰਦਾ ਕਦੇ, ਅੱਜ ਇਹੀ ਹੈ ਆਰੀਆਂ ਦਾ। ਮੁਗਲ ਆਏ, ਪਠਾਨ ਆਏ, ਇੱਥੋਂ ਦੇ ਹੀ ਹੋ ਗਏ, ਹਾਲਾਂਕਿ ਬਾਹਰੋਂ ਆਏ ਸਨ। ਸੋ ਇਸ ਗੱਲ ਦੀ ਚਿੰਤਾ ਨਾ ਕਰੋ। ਅੱਜ ਤਾਂ ਦੁਨੀਆ ਉਂਝ ਵੀ ਸਾਰੀ ਇੱਕ ਹੁੰਦੀ ਜਾ ਰਹੀ ਹੈ। ਸੱਭਿਆਚਾਰ ਆਪੋ ਵਿੱਚ ਕਰੰਗੜੀਆਂ ਪਾ ਰਹੇ ਹਨ। ਅੰਗਰੇਜ਼ਾਂ ਦੇ ਘਰ ਹਬਸ਼ਣਾ, ਹਬਸ਼ੀਆਂ ਦੇ ਘਰ ਮੀਮਾਂ। ਗੱਲ ਤਾਂ ਇਹ ਠੀਕ ਹੈ। 11:30 ਵੱਜ ਗਏ ਸਨ। ਸੌਣ ਦਾ ਵੇਲਾ ਹੋ ਗਿਆ ਸੀ। ਨਰਿੰਜਨ ਸਿੰਘ ਨੂੰ ਉੱਤੇ ਮੁੰਡਿਆਂ ਕੋਲ ਹੀ ਭੇਜਿਆ ਗਿਆ ਸੀ ਤਾਂ ਜੋ ਉਹਨਾਂ ਦੀ ਲੋੜ ਅਨੁਸਾਰ ਉਹਨਾਂ ਦੀ ਖਬਰਗਿਰੀ ਰੱਖੇ, ਕਿਉਂਕਿ ਉਹਨਾਂ ਦੀ ਮਾਨਸਿਕਤਾ ਦਾ ਜਿੰਨਾ ਉਸਨੂੰ ਪਤਾ ਸੀ, ਹੋਰ ਕਿਸੇ ਨੂੰ ਨਹੀਂ ਸੀ ਪਤਾ। ਇਸ ਲਈ ਉਹਨਾਂ ਨੂੰ ਉੱਥੇ ਹੀ ਸੌਣਾ ਚਾਹੀਦਾ ਸੀ। ਬਾਕੀ ਸਾਰੇ ਇੱਧਰ ਉੱਧਰ ਐਡਜਸਟ ਹੋ ਗਏ ਸਨ। ਕੋਠੀ ਵੱਡੀ ਨਹੀਂ ਸੀ, ਦਿਲ ਜ਼ਰੂਰ ਵੱਡਾ ਸੀ ਕੋਠੀ ਵਾਲੇ ਮੇਜ਼ਬਾਨ ਦਾ। 6 ਬੰਦੇ ਅਚਾਨਕ ਆਏ ਦਿੱਲੀ ਵਿੱਚ ਸਾਹਮਣੇ ਕੋਈ ਛੋਟੀ ਗੱਲ ਨਹੀਂ ਸੀ। ਉਹ ਵੀ ਇੱਕ ਨੌਕਰੀ ਤੋਂ ਰਿਟਾਇਰ ਹੋਏ ਪ੍ਰੋਫੈਸਰ ਲਈ। ਭਾਵੇਂ ਪੁੱਤਰ ਤੇ ਨੂੰਹ ਦੋਵੇਂ ਚੰਗੀਆਂ ਨੌਕਰੀਆਂ ਉੱਤੇ ਸਨ, ਜੋ ਮਹਾਰਾਸ਼ਟਰ ਵਿੱਚ ਸਨ, ਪਰ ਉਹ ਆਪਣੀ ਥਾਵੇਂ ਸਨ। ਘਰ ਵਿੱਚ ਉਹ 3 ਇੱਥੇ ਦਿੱਲੀ ਵਿੱਚ ਰਹਿ ਰਹੇ ਸਨ। ਉਹ, ਉਹਦੀ ਪਤਨੀ ਤੇ ਪੁੱਤਰੀ। 9 ਜੀ ਅੱਜ ਇਸ ਕੋਠੀ ਵਿੱਚ ਸੌਂ ਰਹੇ ਸਨ। 9 ਨੇ ਹੀ ਖਾਣਾ ਖਾਧਾ। ਸਵੇਰ ਹੋਈ, ਉੱਠੇ। ਮੁੰਡੇ ਅਤੇ ਉਹਨਾਂ ਦਾ ਪਿਤਾ ਉੱਪਰੋਂ ਹੀ ਤਿਆਰ ਹੋ ਕੇ ਡਰਾਇੰਗ ਰੂਮ ਵਿੱਚ ਆਏ ਸਨ ਤੇ ਇਸ ਸਮੇਂ ਉਹ ਇੱਧਰ ਉੱਧਰ ਸੋਫਿਆਂ ਉੱਤੇ ਬੈਠੇ ਸਨ। ਟਾਇਲਟ ਅਤੇ ਬਾਥਰੂਮ ਵੀ ਉੱਤੇ ਬਣੇ ਹੋਏ ਸਨ, ਇਸ ਲਈ ਉਹ ਇਸ ਕੰਮੋਂ ਵੀ ਉੱਪਰੋਂ ਹੀ ਫਾਰਿਗ ਹੋ ਗਏ ਸਨ। ਟਾਇਲਟ ਇੰਗਲਿਸ਼ ਨਹੀਂ ਸੀ, ਬੈਠਵੀਂ ਹਿੰਦੁਸਤਾਨੀ ਸੀ। ਚਲੋ, ਉਹਨਾਂ ਨੇ ਕਿਵੇਂ ਨਾ ਕਿਵੇਂ ਕੰਮ ਚਲਾ ਲਿਆ ਹੋਵੇਗਾ। ਮੁੰਡਿਆਂ ਦੀ ਹੀ ਮੁਸ਼ਕਿਲ ਸੀ। ਬਾਪ ਵੱਲੋਂ ਤਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਉਹੀ ਸਨ ਸਮੱਸਿਆ। ਹੇਠਾਂ ਵੀ ਜੋ ਟਾਇਲਟ ਸੀ ਉਹ ਹਿੰਦੁਸਤਾਨੀ ਹੀ ਸੀ। ਬਾਹਰ ਨਜ਼ਰ ਮਾਰੀ ਤਾਂ ਬਾਰਿਸ਼ ਪੈਂਦੀ ਨਜ਼ਰ ਆਈ। ਜਨਵਰੀ ਦੀ ਬਾਰਿਸ਼, ਚਾਂਦੀ ਵਰਗੀ ਸਾਫ਼ ਕਣੀ। ਹਾਂ ਬਈ ਨੌਜਵਾਨੋ, ਇੰਡੀਆ ਦੀ ਬਾਰਿਸ਼ ਦੇਖੋ। ਦੁਨੀਆ ਵਿੱਚ ਇੰਨੀ ਸੋਹਣੀ ਬਾਰਿਸ਼ ਕਿਤੇ ਵੀ ਨਹੀਂ ਹੁੰਦੀ। ਪੱਛਮ ਵਿੱਚ ਤਾਂ ਉੱਕਾ ਹੀ ਨਹੀਂ,
ਉਹਨਾਂ ਵਿੱਚੋਂ ਕਿਸੇ ਇੱਕ ਨੇ ਮੁੰਡਿਆਂ ਨੂੰ ਸੰਬੋਧਨ ਕੀਤਾ। ਨਾ ਹੀ ਇੰਨੇ ਸੋਹਣੇ ਬੱਦਲ ਕਿਸੇ ਹੋਰ ਥਾਂ ਹੁੰਦੇ ਨੇ। ਕਾਲੇ ਘਟ ਘਨਘੋਰ ਬੱਦਲ। ਮੁੰਡੇ ਸਿਰਫ ਸੁਣਦੇ ਰਹੇ ਤੇ ਬਿਟਰ ਬਿਟਰ ਤੱਕਦੇ ਰਹੇ, ਮੂੰਹੋਂ ਕੁਝ ਵੀ ਨਹੀਂ ਬੋਲੇ। ਇਹ ਜਨਵਰੀ ਦੇ ਦਿਨ ਸਨ। ਇੰਡੀਆ ਦੀ ਧੁੱਪ ਵੀ ਬੜੀ ਖੂਬਸੂਰਤ ਹੁੰਦੀ ਹੈ ਜਨਵਰੀ ਦੇ ਦਿਨਾਂ ਵਿੱਚ। ਪੀਲੀ ਪੀਲੀ ਰੇਸ਼ਮੀ ਧੁੱਪ, ਪੀਲੀ ਨਹੀਂ ਬਸੰਤੀ ਧੁੱਪ। ਮੁੰਡੇ ਫਿਰ ਵੀ ਚੁੱਪ ਸਨ, ਬਸ ਉਹ ਤੱਕਦੇ ਰਹੇ ਖਾਲੀ ਖਾਲੀ ਅੱਖਾਂ ਨਾਲ। ਇਹ ਬਸੰਤ ਦੇ ਦਿਨ ਹਨ। ਕੁਝ ਦਿਨਾਂ ਤੱਕ ਲੋਹੜੀ ਹੈ, ਫਿਰ ਬਸੰਤ ਆ ਜਾਵੇਗੀ। ਉਂਝ ਇਹ ਸਾਰੀ ਹੁਣੇ ਤੋਂ ਬਸੰਤ ਰੁੱਤ ਹੀ ਚੱਲ ਰਹੀ ਹੈ। ਇਹਨਾਂ ਨੂੰ ਕੀ ਪਤਾ ਹੈ ਜੀ ਇਹਨਾਂ ਸੁੰਦਰਤਾਈਆਂ ਦਾ। ਇਹੀ ਤਾਂ ਮੈਨੂੰ ਦੁੱਖ ਹੈ, ਉਹਨਾਂ ਦਾ ਪਿਤਾ ਬੋਲਿਆ। ਇਹਨਾਂ ਨੂੰ ਆਪਣੇ ਆਪ ਦਾ ਤੇ ਆਪਣੇ ਦੇਸ਼ ਦਾ ਹੀ ਪਤਾ ਨਹੀਂ। ਕਈ ਵਾਰ ਕਹਿ ਚੁੱਕੇ ਹਨ ਕਿ ਚਲੋ ਡੈਡ ਵਾਪਸ ਚੱਲੀਏ। ਹਿੰਦੁਸਤਾਨ ਦੇ ਸੂਰਜ ਵਰਗਾ ਸੂਰਜ ਕਿਤੇ ਵੀ ਨਹੀਂ ਹੈ, ਨਾ ਹੀ ਕਿਤੇ ਚੰਦਰਮਾ। ਦੇਖੇ ਹਨ ਅਜਿਹੇ ਚੰਨ ਤੇ ਸੂਰਜ? ਮੁੰਡਿਆਂ ਨੇ ਥੋੜਾ ਜਿਹਾ ਹੇਠਾਂ ਉੱਤੇ ਸਿਰ ਹਿਲਾਇਆ। ਸਾਡੀ ਚੰਨ ਚਾਨਣੀ ਵੀ ਬਹੁਤ ਖੂਬਸੂਰਤ ਹੈ, ਚਿੱਟੀ ਚੰਨ ਦੀ ਚਾਨਣੀ। ਮੁੰਡੇ ਕੇਵਲ ਤੱਕਦੇ ਰਹੇ। ਸਾਡੀ ਕਾਲੀ ਰਾਤ ਦਾ ਵੀ ਕਿਤੇ ਕੋਈ ਜਵਾਬ ਨਹੀਂ। ਮੱਸਿਆ ਦੀ ਕਾਲੀ ਰਾਤ, ਜਿਵੇਂ ਕਾਲੀ ਮਖਮਲ ਵਿੱਚ ਸਿਤਾਰੇ ਜੜੇ ਹੁੰਦੇ ਹਨ। ਫਿਰ ਅੱਗੇ ਕਿਹਾ ਗਿਆ, ਸਾਡਾ ਪਿੱਪਲ, ਸਾਡਾ ਮੋਰ। ਪਿੱਪਲ ਕੌਮੀ ਬਿਰਛ ਹੈ ਤੇ ਮੋਰ ਸਾਡਾ ਕੌਮੀ ਪੰਛੀ ਹੈ। ਮੁੰਡਿਆਂ ਦੀਆਂ ਅੱਖਾਂ ਉਵੇਂ ਹੀ ਖੁੱਲੀਆਂ ਤੇ ਖਾਲੀ ਸਨ। ਸੱਚ ਇਹਨਾਂ ਦੇ ਨਾਂ ਕੀ ਹਨ? ਨਾਂ ਤਾਂ ਪੁੱਛੇ ਹੀ ਨਹੀਂ। ਕਿਉਂ ਬਈ ਨੌਜਵਾਨੋ, ਕੀ ਨਾਂ ਹਨ ਤੁਹਾਡੇ? ਇੱਕ ਦਾ ਨਾਂ ਹਰਿੰਦਰ ਹੈ ਅਤੇ ਦੂਜੇ ਦਾ ਨਾਂ ਗੁਰਿੰਦਰ। ਉਹਨਾਂ ਦਾ ਬਾਪ ਬੋਲਿਆ। ਕੈਨੇਡਾ ਵਿੱਚ ਆਪਣੇ ਆਪ ਨੂੰ ਇੱਕ ਹੈਰੀ ਅਖਵਾਉਂਦਾ ਹੈ ਤੇ ਦੂਜਾ ਗੈਰੀ। ਚਲੋ ਠੀਕ ਹੈ, ਬਹੁਤ ਸੁੰਦਰ ਨਾਂ ਹਨ। ਮੁੰਡੇ ਕੁਝ ਨਹੀਂ ਬੋਲੇ। 20, 22 ਜਾਂ 25 ਦਿਨ ਉਹ ਉੱਥੇ ਹੀ ਰਹੇ ਹੋਣਗੇ। ਆਖਰ ਉਹਨਾਂ ਦੇ ਵਾਪਸ ਜਾਣ ਲਈ ਸੀਟਾਂ ਬੁੱਕ ਕਰਵਾਈਆਂ ਗਈਆਂ। ਸੀਟਾਂ ਬੁੱਕ ਹੋਣ ਨਾਲ ਹੀ ਜਿਵੇਂ ਉਹਨਾਂ ਦੀਆਂ ਅੱਖਾਂ ਵਿੱਚ ਕੁਝ ਚਮਕ ਜਿਹੀ ਆ ਗਈ। ਜਿਸ ਦਿਨ ਜਹਾਜ਼ ਉੱਡਿਆ, ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿੱਚ ਤਾਂ ਹੰਝੂ ਛਲਕ ਆਏ ਸਨ, ਪਰ ਉਹਨਾਂ ਦੋਹਾਂ ਦੀਆਂ ਅੱਖਾਂ ਵਿੱਚ ਚੰਨ ਸੂਰਜ ਦੀਆਂ ਕਿਰਨਾਂ ਅਤੇ ਸਿਤਾਰੇ ਚਮਕ ਰਹੇ ਸਨ, ਕਿਉਂਕਿ ਹੁਣ ਉਹ ਆਪਣੇ ਦੇਸ਼ ਵੱਲ ਉੱਡਦੇ ਜਾ ਰਹੇ ਸਨ। ਸੋ ਪਿਆਰੇ ਵਿਦਿਆਰਥੀਓ, ਇਹ ਤਾਂ ਸੀ ਆਪਣੀ ਕਹਾਣੀ ਆਪਣਾ ਦੇਸ਼। ਆਈ ਹੋਪ ਕਿ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਵੇਗੀ। ਵਿਦਿਆਰਥੀਓ, ਇਸ ਵਿੱਚ ਲੇਖਕ ਦੁਆਰਾ ਇਹ ਦੱਸਿਆ ਗਿਆ ਹੈ ਕਿ ਕੋਈ ਵਿਅਕਤੀ ਜਿੱਥੇ ਵੀ ਉਸਦਾ ਬਚਪਨ ਪਲਦਾ ਹੈ, ਜਿੱਥੇ ਬਚਪਨ ਦੇ ਵਿੱਚ ਉਸਨੇ ਖੇਡਾਂ ਖੇਡੀਆਂ ਹੁੰਦੀਆਂ ਹਨ, ਉੱਥੋਂ ਦਾ ਹੀ ਵਾਤਾਵਰਣ ਉਸਨੂੰ ਪਸੰਦ ਹੁੰਦਾ ਹੈ। ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਕਿੱਥੇ ਉਸਦਾ ਜਨਮ ਹੋਇਆ ਹੈ। ਜਿਸ ਤਰ੍ਹਾਂ ਅਸੀਂ ਇਸ ਕਹਾਣੀ ਵਿੱਚ ਦੇਖਿਆ ਕਿ ਉਹ ਮੁੰਡੇ ਹਰਿੰਦਰ ਤੇ ਗੁਰਿੰਦਰ, ਜਿਨ੍ਹਾਂ ਨੂੰ ਹੈਰੀ ਤੇ ਗੈਰੀ ਵੀ ਕਿਹਾ ਜਾਂਦਾ ਹੈ, ਉਹ ਦੋਨੇ ਭਾਰਤ ਵਿੱਚ ਜਨਮੇ ਸਨ, ਪਰੰਤੂ ਬਹੁਤ ਛੋਟੀ ਉਮਰ ਦੇ ਵਿੱਚ ਉਹ ਆਪਣੇ ਮਾਤਾ ਪਿਤਾ ਨਾਲ ਕੈਨੇਡਾ ਚਲੇ ਗਏ ਸਨ। ਸੋ ਉਹਨਾਂ ਨੂੰ ਕੈਨੇਡਾ ਦਾ ਵਾਤਾਵਰਣ ਤੇ ਕੈਨੇਡਾ ਦੇਸ਼ ਹੀ ਪਸੰਦ ਸੀ ਤੇ ਇੱਧਰ ਭਾਰਤ ਵਿੱਚ ਆ ਕੇ ਉਹਨਾਂ ਦਾ ਬਿਲਕੁਲ ਵੀ ਦਿਲ ਨਹੀਂ ਲੱਗਿਆ। ਉਹਨਾਂ ਦਾ ਪਿਤਾ ਉਹਨਾਂ ਨੂੰ ਆਪਣੇ ਦੇਸ਼ ਨਾਲ, ਭਾਰਤ ਨਾਲ, ਆਪਣੀ ਮਾਤਰ ਭੂਮੀ ਨਾਲ ਜੋੜਨਾ ਚਾਹੁੰਦਾ ਸੀ, ਪਰੰਤੂ ਕਾਫੀ ਜਦੋਜਹਿਦ ਤੋਂ ਬਾਅਦ ਵੀ ਉਹ ਅਸਫਲ ਰਿਹਾ ਤੇ ਜਾਣ ਵੇਲੇ ਮੁੰਡੇ ਬਹੁਤ ਖੁਸ਼ ਸਨ, ਕਿਉਂਕਿ ਉਹ ਆਪਣੇ ਦੇਸ਼ ਕੈਨੇਡਾ ਵਾਪਸ ਜਾ ਰਹੇ ਸਨ ਅਤੇ ਉਹਨਾਂ ਦਾ ਪਿਤਾ ਨਿਰਾਸ਼ ਸੀ, ਕਿਉਂਕਿ ਉਹ ਆਪਣਾ ਦੇਸ਼ ਭਾਰਤ ਛੱਡ ਕੇ ਜਾ ਰਿਹਾ ਸੀ। ਚਲੋ ਬੱਚਿਓ, ਹੁਣ ਆਪਾਂ ਇਸ ਦੇ ਪ੍ਰਸ਼ਨ ਦੇਖਦੇ ਹਾਂ। ਦੋਵੇਂ ਭਰਾ ਭਾਰਤ ਨੂੰ ਕਿੰਜ ਵੇਖ ਰਹੇ ਸਨ? ਪਹਿਲੇ ਪ੍ਰਸ਼ਨ ਦਾ ਊੜਾ ਭਾਗ ਹੈ, ਦੋਵੇਂ ਭਰਾ ਭਾਰਤ ਨੂੰ ਅਜਨਬੀਆਂ ਵਾਂਗ ਵੇਖ ਰਹੇ ਸਨ, ਕਿਉਂਕਿ ਭਾਰਤ ਦੇ ਵਾਤਾਵਰਣ ਦੇ ਵਿੱਚ ਅਨੁਕੂਲਿਤ ਹੋਣਾ ਉਹਨਾਂ ਨੂੰ ਬਹੁਤ ਔਖਾ ਲੱਗ ਰਿਹਾ ਸੀ ਅਤੇ ਉਹਨਾਂ ਨੂੰ ਕੈਨੇਡਾ ਦੀ ਯਾਦ ਆ ਰਹੀ ਸੀ। ਅਗਲਾ ਪ੍ਰਸ਼ਨ ਹੈ, ਨਰਿੰਜਨ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਕਿਉਂ ਲੈ ਕੇ ਆਇਆ ਸੀ? ਉੱਤਰ ਹੈ, ਨਰਿੰਜਨ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਇਸ ਕਰਕੇ ਲੈ ਕੇ ਆਇਆ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਸਦੇ ਦੋਨੇ ਪੁੱਤਰ ਆਪਣੀ ਮਾਤਰ ਭੂਮੀ ਭਾਰਤ ਨਾਲ ਜਾਣੂ ਹੋਣ, ਉੱਥੋਂ ਦੀਆਂ ਇਤਿਹਾਸਕ ਇਮਾਰਤਾਂ ਨੂੰ ਦੇਖਣ, ਉੱਥੋਂ ਦਾ ਇਤਿਹਾਸ ਸਮਝਣ ਅਤੇ ਉੱਥੋਂ ਦੇ ਸੱਭਿਆਚਾਰ ਵਿੱਚ ਰਚ ਮਿਚ ਜਾਣ। ਹੇਠਾਂ ਇਸ ਪ੍ਰਸ਼ਨ ਦੀਆਂ 2 ਆਪਸ਼ਨਸ ਵੀ ਦਿੱਤੀਆਂ ਹੋਈਆਂ ਨੇ। ਉਹਨਾਂ ਵਿੱਚੋਂ ਇੱਕ ਸਹੀ ਆਪਸ਼ਨ ਦੇ ਉੱਪਰ ਆਪਾਂ ਨਿਸ਼ਾਨ ਲਗਾਉਣਾ ਹੈ। ਪਹਿਲੀ ਆਪਸ਼ਨ ਹੈ, ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਆਪਣੀ ਮਾਤਰ ਭੂਮੀ ਨਾਲ ਜੁੜਨ। ਦੂਸਰੀ ਆਪਸ਼ਨ ਹੈ, ਉਹ ਉਹਨਾਂ ਨੂੰ ਭਾਰਤ ਦਰਸ਼ਨ ਕਰਵਾਉਣਾ ਚਾਹੁੰਦਾ ਸੀ। ਸੋ ਬੱਚਿਓ, ਇਸ ਵਿੱਚ ਪਹਿਲੀ ਆਪਸ਼ਨ ਸਹੀ ਹੈ,
ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਆਪਣੀ ਮਾਤਰ ਭੂਮੀ ਨਾਲ ਜੁੜਨ। ਈੜੀ ਪ੍ਰਸ਼ਨ ਹੈ, ਇਸ ਵਿੱਚ ਸਹੀ ਗਲਤ ਦੱਸਣਾ ਹੈ। ਨਰਿੰਜਨ ਸਿੰਘ ਦੇ ਮੁੰਡਿਆਂ ਦੇ ਨਾਂ ਹਰਿੰਦਰ ਅਤੇ ਗੁਰਿੰਦਰ ਸਨ। ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੀ ਸੰਤਾਨ ਬਾਰੇ ਕੀ ਚਿੰਤਾ ਕਰਦੇ ਹਨ? ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਆਪਣੀ ਸੰਤਾਨ ਬਾਰੇ ਇਹੀ ਚਿੰਤਾ ਰਹਿੰਦੀ ਹੈ ਕਿ ਉਹ ਆਪਣੇ ਭਾਰਤ, ਆਪਣੇ ਦੇਸ਼ ਦੇ ਸੱਭਿਆਚਾਰ ਨੂੰ ਕਿਧਰੇ ਭੁੱਲ ਨਾ ਜਾਣ। ਅਗਲਾ ਪ੍ਰਸ਼ਨ ਹੈ, ਰੋਹਿਣੀ ਵਾਲੇ ਦੋਸਤ ਦੇ ਘਰ ਨਰਿੰਜਨ ਸਿੰਘ ਦੇ ਮੁੰਡੇ ਕਿਵੇਂ ਰਹੇ? ਰੋਹਿਣੀ ਵਾਲੇ ਦੋਸਤ ਦੇ ਘਰ ਨਰਿੰਜਨ ਸਿੰਘ ਦੇ ਮੁੰਡੇ ਅਜਨਬੀਆਂ ਵਾਂਗ ਵਰਤਾਓ ਕਰਦੇ ਰਹੇ। ਉਹ ਕੁਝ ਵੀ ਨਹੀਂ ਬੋਲੇ ਅਤੇ ਉਹਨਾਂ ਨੇ ਜ਼ਿਆਦਾ ਕੁਝ ਖਾਧਾ ਪੀਤਾ ਵੀ ਨਹੀਂ। ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ, ਇਹਨਾਂ ਦਾ ਦੇਸ਼ ਕੈਨੇਡਾ ਹੈ। ਮੇਜ਼ਬਾਨ ਨੇ ਇਹ ਸ਼ਬਦ ਕਿਉਂ ਕਹੇ? ਮੇਜ਼ਬਾਨ ਨੇ ਇਹ ਸ਼ਬਦ ਇਸ ਕਰਕੇ ਕਹੇ ਕਿਉਂਕਿ ਉਹ ਨਰਿੰਜਨ ਸਿੰਘ ਨੂੰ ਸਮਝਾਉਣਾ ਚਾਹੁੰਦਾ ਸੀ ਕਿ ਇਹਨਾਂ ਦਾ ਸਿਰਫ ਜਨਮ ਹੀ ਇੱਥੇ ਹੋਇਆ ਹੈ, ਪਲੇ ਤਾਂ ਇਹ ਉੱਧਰ ਹੀ ਨੇ। ਇਸ ਕਰਕੇ ਇਹ ਇਹਨਾਂ ਦਾ ਦੇਸ਼ ਹੈ ਵੀ ਨਹੀਂ, ਇਹਨਾਂ ਦਾ ਦੇਸ਼ ਤਾਂ ਕੈਨੇਡਾ ਹੀ ਹੈ। ਅਗਲਾ ਪ੍ਰਸ਼ਨ ਹੈ, ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਨਰਿੰਜਨ ਸਿੰਘ ਨੂੰ ਭਾਰਤ ਨਾਲ ਪਿਆਰ ਹੈ? ਪਿਆਰੇ ਬੱਚਿਓ, ਅਸੀਂ ਦੇਖਦੇ ਹਾਂ ਕਹਾਣੀ ਵਿੱਚ ਕਿ ਜਦੋਂ ਹੀ ਉਹ ਜਹਾਜ਼ ਤੋਂ ਉਤਰਦੇ ਹਨ ਤਾਂ ਨਰਿੰਜਨ ਸਿੰਘ ਉਤਰਨ ਸਾਰ ਪਹਿਲਾਂ ਮਿੱਟੀ ਨੂੰ ਚੱਕ ਕੇ ਮੱਥੇ ਨਾਲ ਲਾਉਂਦਾ ਹੈ ਅਤੇ ਨਮਸਕਾਰ ਕਰਦਾ ਹੈ ਅਤੇ ਜਾਣ ਵੇਲੇ ਵੀ ਉਸਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੁੰਦੀਆਂ ਹਨ ਕਿਉਂਕਿ ਉਹ ਆਪਣੀ ਮਾਤਰ ਭੂਮੀ ਤੋਂ ਵਿਛੜਨਾ ਨਹੀਂ ਚਾਹੁੰਦਾ। ਲਾਸਟ ਪ੍ਰਸ਼ਨ ਹੈ, ਕਹਾਣੀ ਦੇ ਅੰਤ ਵਿੱਚ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਅਤੇ ਪੁੱਤਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਕਿਉਂ ਸੀ? ਬੱਚਿਓ, ਇਸ ਦਾ ਆਨਸਰ ਹੈ, ਕਹਾਣੀ ਦੇ ਅੰਤ ਵਿੱਚ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਇਸ ਕਰਕੇ ਸਨ ਕਿਉਂਕਿ ਉਹ ਆਪਣੇ ਦੇਸ਼ ਭਾਰਤ ਨੂੰ ਛੱਡ ਕੇ ਜਾ ਰਿਹਾ ਸੀ ਅਤੇ ਪੁੱਤਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਇਸ ਕਰਕੇ ਦਿਖਾਈ ਦੇ ਰਹੀ ਸੀ ਕਿਉਂਕਿ ਉਹ ਆਪਣੇ ਦੇਸ਼ ਕੈਨੇਡਾ ਵੱਲ ਜਾ ਰਹੇ ਸਨ। ਅਗਲਾ ਪ੍ਰਸ਼ਨ ਹੈ, ਆਪਣਾ ਦੇਸ਼ ਕਹਾਣੀ ਦਾ ਸਾਰ ਲਿਖੋ। ਸੋ ਬੱਚਿਓ, ਜੇਕਰ ਤੁਸੀਂ ਕਹਾਣੀ ਚੰਗੀ ਤਰ੍ਹਾਂ ਸਮਝੀ ਹੈ, ਸੁਣੀ ਹੈ ਤਾਂ ਤੁਸੀਂ ਬਹੁਤ ਹੀ ਆਸਾਨੀ ਨਾਲ ਇਸ ਦਾ ਸਾਰ ਲਿਖ ਸਕਦੇ ਹੋ। ਮੈਂ ਇੱਕ ਵਾਰ ਫਿਰ ਤੁਹਾਨੂੰ ਰਿਮਾਈਂਡ ਕਰਵਾ ਦਿਆਂ ਪਿਆਰੇ ਬੱਚਿਓ ਕਿ ਪੱਕੇ ਪੇਪਰਾਂ ਵਿੱਚ ਯਾਨੀ ਕਿ ਫਾਈਨਲ ਐਗਜ਼ਾਮਸ ਦੇ ਵਿੱਚ ਤੁਹਾਨੂੰ ਇੱਕ ਕਹਾਣੀ ਦਾ ਸਾਰ ਆਏਗਾ ਅਤੇ ਇਸ ਦੇ ਛੋਟੇ ਯਾਨੀ ਕਿ ਵਸਤੂਨਿਸ਼ਟ ਪ੍ਰਸ਼ਨ ਆਉਣਗੇ ਜਿਸ ਦੇ ਵਿੱਚ ਕਿ ਤੁਹਾਨੂੰ ਕਹਾਣੀ ਦਾ ਲੇਖਕ ਵੀ ਪੁੱਛਿਆ ਜਾ ਸਕਦਾ ਹੈ ਜਾਂ ਫਿਰ ਕਹਾਣੀ ਦੇ ਕਿਸੇ ਵੀ ਪਾਤਰ ਬਾਰੇ ਕੋਈ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਸੋ ਤੁਸੀਂ ਸਾਰੀ ਕਹਾਣੀ ਨੂੰ ਬੜੇ ਧਿਆਨ ਨਾਲ ਸਮਝਣਾ ਹੈ। ਸਾਰੇ ਪਾਤਰਾਂ ਦੇ ਨਾਮ ਤੇ ਪੂਰੀ ਕਹਾਣੀ ਦਾ ਪਲਾਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਐਗਜ਼ਾਮ ਦੇ ਵਿੱਚ ਤੁਹਾਡੇ ਬਹੁਤ ਸੋਹਣੇ ਮਾਰਕਸ ਆ ਸਕਣ। ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਗੁੱਡ ਬਾਏ।